3 ਖਿਡਾਰੀ ਹੈਗੇ ਨੇ ਜੋ ਸਵੀਮਿੰਗ ਕਰਦੇ ਨੇ, ਗਲਾਂ ਦੇ ਵਿੱਚ ਮੈਡਲ ਇਹਨਾਂ ਨੇ ਪਾਏ ਹੋਏ ਨੇ। ਤਾਂ ਬੜੀ ਇੰਟਰਸਟਿੰਗ ਤਿੰਨਾਂ ਖਿਡਾਰੀਆਂ ਦੀ ਕਹਾਣੀ ਹੈਗੀ ਹੈ। ਇਹਨਾਂ ਨੇ ਬੋਵੀ ਹੋਣਾ ਨੇ ਤੇ ਪ੍ਰਵੀਨ ਜੀ ਹੋਣਾ ਨੇ ਉਸ ਉਮਰ ਦੇ ਵਿੱਚ ਆ ਕੇ ਸਵੀਮਿੰਗ ਕਰਨੀ ਸ਼ੁਰੂ ਕੀਤੀ ਜਿਸ ਉਮਰ ਦੇ ਵਿੱਚ ਖਿਡਾਰੀ ਰਿਟਾਇਰਮੈਂਟ ਲੈ ਲੈਂਦੇ ਨੇ। ਐਤਕੀ मैं तीसरी बारी मास्टर गेम च गया हाँ तो मेरे 4 गोल्ड मैडल आए हैं। मैं 4 ही इवेंट लगाए थे और 4 ਦੇ ਵਿੱਚ ਅਸੀਂ टॉप ਤੇ आए हैं। ਈਸ਼ਵਰੀ ਦਇਆ ਨਾਲ ਮੈਂ ਪਿਛਲੇ 6 ਸਾਲਾਂ ਤੋਂ ਲੱਗਾ ਹੋਇਆ ਸੀਗਾ ਕੰਪੀਟੀਸ਼ਨਾਂ ਦੇ ਨਾਲ ਵੀ ਕਦੀ ਨਾ ਕਦੀ ਤਾਂ ਮੈਡਲ ਪਊਗਾ। ਇਸ ਵਾਰ ਮੇਰੀ ਥਰਡ 골ਡ ਜਿੱਤਿਆ ਤੇ ਦੋਵਾਂ ਦੇ ਵਿੱਚ ਮੇਰੀ ਥਰਡ ਆਈ ਪਲੇਸ। 40 ਸਾਲ ਦੀ ਉਮਰ ਦੇ ਵਿੱਚ ਕਿੱਦਾਂ ਜਨੂਨ ਜਾਗਿਆ ਕਿ ਹੁਣ ਸਵੀਮਿੰਗ ਕਰਨੀ ਸ਼ੁਰੂ ਕਰ ਦਈਏ। ਤੁਹਾਡੇ ਵੱਲ ਦੇਖ ਕੇ ਹੋਰ ਵੀ ਜਿਹੜੇ ਲੋਕ ਨੇ ਉਹ ਗੇਮ ਦੇ ਵਿੱਚ ਆਉਣਗੇ। 21 ਕਿਲੋਮੀਟਰ 10 ਕਿਲੋਮੀਟਰ ਟਫ ਤੋਂ ਟਫ ਮੈਰਾਥਨ ਵੀ ਮੈਂ ਔਨ ਕਰ ਚੁੱਕਾ ਹੈਗਾ। ਐਵਰੀਵਨ ਚੇਜ਼ਿੰਗ ਫॉर ਮਨੀ। ਤੁਸੀਂ ਤਾਂ ਮੈਨੂੰ ਲੱਗਦਾ ਕਿ ਇਹ ਦੱਸਦੇ ਸੀਗੇ ਕਿ ਬਚਪਨ ਤੋਂ ਕਰਦੇ ਆ ਰਹੇ ਹੋ ਸਵੀਮਿੰਗ। ਤਿੰਨੋਂ ਜਾਣੇ ਜਿਹੜੇ ਕਿ 골ਡ ਮੈਡਲ ਲੈ ਕੇ ਆਏ ਆ। ਉਹਨਾਂ ਨੇ ਜਦੋਂ ਖਬਰ ਪੜ੍ਹੀ ਉਹਨਾਂ ਨੇ ਮੈਨੂੰ ਕਾਲ ਫਾਰ ਕੀਤਾ ਕਿ ਇਹ ਬੰਦੇ ਨੂੰ ਤੁਸੀਂ ਲੈ ਕੇ ਆਓ। ਉਹਨਾਂ ਨੇ ਕਿਹਾ ਕੱਕਾ ਤੇਰੀ ਖਬਰ ਸੱਚੀ ਕਿ ਝੂਠੀ? ਮੈਂ ਕਿਹਾ ਸਰ ਸੱਚੀ ਆਈ। ਮੈਂ ਰਿਕਾਰਡ ਤੋੜਨਾ ਸੀਗਾ ਉਸ ਵੇਲੇ 80,000 ਬੈਠਕਾਂ ਦਾ ਸੀਗਾ ਦੁਕਾਨ। ਮੈਨੂੰ ਅੱਛਾ ਨਹੀਂ ਲੱਗਾ, ਮੈਂ ਰਿਜ਼ਾਈਨ ਦੇ ਦਿੱਤਾ ਸਰ। ਰਿਜ਼ਾਈਨ ਦੇ ਕੇ ਆਇਆ, ਘਰਦਿਆਂ ਨੇ ਫਿੱਟ ਲਾਂਤਾ ਪਾਈਆਂ, ਦੋਸਤਾਂ ਨੇ ਪਾਗਲ ਗਿਆ, ਘਰਦਿਆਂ ਨੇ ਗਾਲਾਂ ਕੱਢਣੀਆਂ ਸੀਗੀਆਂ। ਸਰਕਾਰੀ ਨੌਕਰੀ ਮੈਂ ਛੱਡ ਕੇ ਆ ਗਿਆ ਕਿਉਂਕਿ ਮੈਂ ਕੁਝ ਕਰਦਾ ਹੀ ਨਹੀਂ ਪਿਆ ਸੀਗਾ। ਤੇ ਇਸ ਤੋਂ ਫਿਰ ਮੇਰੀ ਇਹ ਕਹਾਣੀ ਚੱਲੀ ਹੈਗੀ ਆ ਕਿ ਮੈਂ ਹੁਣ ਆਈ ਐਮ ਵੈਰੀ ਹੈਪੀ। ਕਿਹਾ ਜਾਂਦਾ ਕਿ ਜ਼ਿੰਦਗੀ ਦੇ ਵਿੱਚ ਜੇਕਰ ਕੁਝ ਕਰਨ ਦਾ ਜਜ਼ਬਾ ਹੈਗਾ ਤਾਂ ਉਮਰਾਂ ਮਾਇਨੇ ਨਹੀਂ ਰੱਖਦੀਆਂ। ਕੋਈ ਵੀ ਉਮਰ ਹੋਵੇ, ਛੋਟੀ ਹੋਵੇ ਜਾਂ ਵੱਡੀ, ਜੇਕਰ ਤੁਹਾਡੇ 'ਚ ਜਨੂਨ ਹੈਗਾ ਜਿੱਤ ਦਾ ਤਾਂ ਜਿੱਤ ਦਾ ਮੁਕਾਮ ਤੁਸੀਂ ਹਾਸਲ ਕਰ ਸਕਦੇ ਹੋ। ਅੱਜ ਤੁਹਾਨੂੰ 3 ਖਿਡਾਰੀਆਂ ਦੇ ਨਾਲ ਮਿਲਾਉਂਦੇ ਆ। ਮੇਰੇ ਨਾਲ 3 ਖਿਡਾਰੀ ਹੈਗੇ ਨੇ ਜੋ ਸਵੀਮਿੰਗ ਕਰਦੇ ਨੇ, ਗਲਾਂ ਦੇ ਵਿੱਚ ਮੈਡਲ ਇਹਨਾਂ ਨੇ ਪਾਏ ਹੋਏ ਨੇ। ਤਾਂ ਬੜੀ ਇੰਟਰਸਟਿੰਗ ਤਿੰਨਾਂ ਖਿਡਾਰੀਆਂ ਦੀ ਕਹਾਣੀ ਹੈਗੀ ਹੈ ਕਿਉਂਕਿ ਮੇਰੇ ਨਾਲ 3 ਖਿਡਾਰੀ ਮੌਜੂਦ ਨੇ, ਰਗਵਿੰਦਰ ਜੀ, ਪ੍ਰਵੀਨ ਜੀ ਤੇ ਬੋਵੀ ਜੀ। ਤਿੰਨੋਂ ਖਿਡਾਰੀ ਸਵੀਮਿੰਗ ਕਰਦੇ ਹੈਗੇ ਨੇ। ਕਹਾਣੀ ਇਸ ਕਰਕੇ ਇੰਟਰਸਟਿੰਗ ਹੈਗੀ ਹੈ ਕਿਉਂਕਿ ਇਹਨਾਂ ਨੇ ਬੋਵੀ ਹੋਣਾ ਨੇ ਤੇ ਪ੍ਰਵੀਨ ਜੀ ਹੋਣਾ ਨੇ ਉਸ ਉਮਰ ਦੇ ਵਿੱਚ ਆ ਕੇ ਸਵੀਮਿੰਗ ਕਰਨੀ ਸ਼ੁਰੂ ਕੀਤੀ ਜਿਸ ਉਮਰ ਦੇ ਵਿੱਚ ਖਿਡਾਰੀ ਰਿਟਾਇਰਮੈਂਟ ਲੈ ਲੈਂਦੇ ਨੇ। ਪਰ ਬਾਵਜੂਦ ਇਸ ਦੇ ਬੀਤੇ ਦਿਨ ਹੀ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ। 골ਡ ਮੈਡਲ ਇਹਨਾਂ ਨੇ ਗਲ ਦੇ ਵਿੱਚ ਪਾਏ ਹੋਏ ਨੇ। ਕਹਾਣੀ ਦੀ ਸ਼ੁਰੂਆਤ ਕਰਦੇ ਹਾਂ, ਜਾਣਦੇ ਹਾਂ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਤੇ ਕਿਵੇਂ ਇਹ ਦਿਨੋਂ ਦਿਨ ਉਪਲਬਧੀਆਂ ਹਾਸਲ ਕਰ ਰਹੇ ਨੇ। ਤਾਂ ਰਗਵੀਰ ਜੀ, ਪਹਿਲਾਂ ਤਾਂ ਤੁਹਾਡਾ ਤਿੰਨਾਂ ਦਾ ਸਵਾਗਤ, ਤੁਹਾਨੂੰ ਮੁਬਾਰਕਾਂ। ਬਹੁਤ ਬਹੁਤ ਸਰ ਸ਼ੁਕਰੀਆ ਜੀ। ਥੈਂਕ ਯੂ ਸਰ, ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਜਿਹੜੀ ਰੀਸੈਂਟ ਇੱਕ ਚੈਂਪੀਅਨਸ਼ਿਪ ਹੋਈ ਹੈ ਜਿਹਦੇ ਵਿੱਚ ਤੁਸੀਂ 골ਡ ਜਿੱਤਿਆ, ਉਹ ਦੱਸ ਦਿਓ ਕਿ ਕਿੱਥੇ ਹੋਈ ਹੈ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਪਰਫਾਰਮੈਂਸ ਕੀਤੀ। ਇਹ ਸਰ ਫਸਟ ਪੈਨ ਇੰਡੀਆ ਜਿਹੜੀ ਕੀ ਆ ਬੈਂਗਲੌਰ ਦੇ ਵਿੱਚ ਕਰਵਾਈ ਗਈ। ਇਹ ਕਰਨਾਟਕ ਐਸੋਸੀਏਸ਼ਨ ਨੇ ਜਿਹੜੇ ਕੀ ਆ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਨੇ ਕਿ ਜਿਹੜੇ ਕੀ ਆ ਅਲੱਗ-ਅਲੱਗ ਡਿਸਪਲਿਨਸ ਦੇ ਜਿਹੜੇ ਕੀ ਉਹਨਾਂ ਨੇ ਟੂਰਨਾਮੈਂਟ ਕਰਵਾਏ, ਜਿਸ ਤਰ੍ਹਾਂ ਸਵਿਮਿੰਗ, ਬੈਡਮਿੰਟਨ, ਬਾਸਕਟਬਾਲ, ਵਾਲੀਬਾਲ, ਕਬੱਡੀ, ਸਾਰੀਆਂ ਗੇਮਾਂ ਦੇ ਜਿਹੜੇ ਕਿ ਉਹਨਾਂ ਨੇ ਇੱਕ ਜਗ੍ਹਾ ਤੇ ਇਕੱਠ ਕੀਤਾ ਔਰ 66,000 ਤੋਂ ਵੱਧ ਜਿਹੜੇ ਕਿ ਉੱਥੇ ਪਾਰਟਿਸਪੈਂਟ ਨੇ। ਜਿਹੜਾ ਕਿ ਇਹ ਪੰਜਾਬ ਤੋਂ ਕਿੰਨੇ ਗਏ ਸੀਗੇ ਸਵਿਮਰ? ਇਸ ਵੇਲੇ ਪੰਜਾਬ ਤੋਂ ਆਪਣੇ 5 ਸਵਿਮਰ ਗਏ ਸੀਗੇ। 3 ਸਵਿਮਰ ਅਸੀਂ ਜਲੰਧਰ ਦੇ ਸੀਗੇ ਤੇ 2 ਸਵਿਮਰ ਜਿਹੜੇ ਕਿ ਆ ਪਠਾਨਕੋਟ ਤੋਂ ਸੀਗੇ। ਉਹਨਾਂ ਵਿੱਚੋਂ ਇੱਕ ਜਿਹੜੇ ਕਿ ਮਨਨ ਸੀਗੇ ਜਿਨ੍ਹਾਂ ਨੇ 45 ਪਲੱਸ ਦੇ ਵਿੱਚ ਜਿਹੜਾ ਕਿ ਪਾਰਟਿਸਿਪੇਟ ਕੀਤਾ ਸੀ ਤੇ ਇੱਕ ਮਹਾਜਨ ਸਾਹਿਬ ਸੀਗੇ ਜਿਨ੍ਹਾਂ ਨੇ ਪ੍ਰਵੀਨ ਸਰ ਦੇ ਗਰੁੱਪ ਦੇ ਵਿੱਚ 70 ਪਲੱਸ ਦੇ ਵਿੱਚ ਜਿਹੜਾ ਕਿ ਪਾਰਟਿਸਿਪੇਟ ਕੀਤਾ ਸੀ। ਅੱਛਾ ਪ੍ਰਵੀਨ ਜੀ, ਤੁਸੀਂ 70 ਤੋਂ 75 ਏਜ ਦੇ ਵਿੱਚ ਖੇਡਦੇ ਹੋ, ਚੈਂਪੀਅਨਸ਼ਿਪ ਤੁਸੀਂ 골ਡ ਲੈ ਕੇ ਆਏ ਹੋ, ਤਾਂ ਕਿਵੇਂ ਫੀਲ ਕਰਦੇ ਹੋ ਇਸ ਉਮਰ ਦੇ ਵਿੱਚ ਵੀ ਆ ਕੇ ਇੰਨਾ ਜਜ਼ਬਾ? ਮੈਂ ਦੇਖੋ ਜੀ, ਇਹ ਸਾਰਾ ਚਾਹੁੰਦਾ ਆ ਵੀ ਹਰ ਬੰਦਾ ਇਸ ਉਮਰ ਦੇ ਵਿੱਚ ਆ ਕੇ ਵੀ ਐਕਸਰਸਾਈਜ਼ ਕਰਦਾ ਰਹੇ ਤਾਂ ਕਿ ਸਾਨੂੰ ਦਵਾਈਆਂ ਤੋਂ ਦੂਰ ਰਹਿਣਾ ਪਵੇ ਔਰ ਤੰਦਰੁਸਤ ਰਹੀਏ। ਸਵਿਮਿੰਗ ਇੱਕ ਐਸੀ ਗੇਮ ਆ ਜਿਹਦੇ ਵਿੱਚ ਅਸੀਂ ਕਿ ਹਰ ਤਰ੍ਹਾਂ ਦਾ ਸਾਡਾ ਐਕਸਰਸਾਈਜ਼ ਸਰੀਰ ਦੇ ਉੱਪਰਲਾ ਹੀ ਨਹੀਂ ਹੋ, ਸਾਡੇ ਅੰਦਰੂਨੀ ਵੀ ਜਿੱਦਾਂ ਹੁੰਦੀ ਹੈ ਨਾ, ਸਾਰੇ ਜਿੰਨੇ ਵੀ ਯੋਗ ਆ ਗੁਰੂ ਵੀ ਇਹੀ ਕਹਿੰਦੇ ਆ ਵੀ ਤੁਹਾਨੂੰ ਪ੍ਰਾਣਾਯਾਮ ਜ਼ਰੂਰ ਕਰਨਾ ਚਾਹੀਦਾ। ਤਾਂ ਸਵਿਮਿੰਗ ਇੱਕ ਐਸੀ ਆ ਜਿਹੜੀ ਕਿ ਲਗਾਤਾਰ ਬਰੀਥਿੰਗ ਚੱਲਦੀ ਹੈ ਜਿਹਦੇ 'ਚ ਇਹ ਪ੍ਰਾਣਾਯਾਮ ਹੀ ਆ। ਤਾਂ ਇਹ ਦੇਖ ਕੇ ਮੈਂ ਸਵਿਮਿੰਗ ਹੀ ਸ਼ੁਰੂ ਤੋਂ ਹੀ ਸਵਿਮਿੰਗ ਸ਼ੁਰੂ ਕੀਤੀ ਸੀਗੀ। ਪਹਿਲਾਂ ਬਚਪਨ ਤੋਂ ਮੈਂ ਕਰਦਾ ਸੀਗਾ। 72 'ਚ ਪਹਿਲਾ ਮਾਸਟਰ ਗੇਮ ਖੇਡੀ ਸੀ, ਉੱਥੇ ਮੇਰਾ ਇੱਕ ਸਿਲਵਰ ਮੈਡਲ ਆਇਆ, ਇੱਕ ਬ੍ਰੌਂਜ਼ ਮੈਡਲ ਆਇਆ। ਫਿਰ ਮੈਂ 2019 'ਚ ਸੈਕੰਡ ਮਾਸਟਰ ਗੇਮਸ ਖੇਡੀ, ਉੱਥੇ ਮੇਰੇ 2 골ਡ ਆਏ ਸੀ ਲਖਨਊ ਦੇ ਵਿੱਚ। ਐਤਕੀ ਮੈਂ ਤੀਸਰੀ ਵਾਰੀ ਮਾਸਟਰ ਗੇਮ 'ਚ ਗਿਆ ਆ ਤਾਂ ਮੇਰੇ 4 골ਡ ਮੈਡਲ ਆਏ ਆ। ਮੈਂ 4 ਹੀ ਇਵੈਂਟ ਲਗਾਏ ਸੀਗੇ ਔਰ 4 ਦੇ ਵਿੱਚ ਅਸੀਂ ਟੌਪ ਤੇ ਆਏ ਆ। ਤਾਂ ਅੱਛਾ ਉੱਥੇ ਐਕਸਪੀਰੀਅੰਸ ਬੜਾ ਅੱਛਾ ਮਿਲਦਾ ਆ ਕਿਉਂਕਿ ਜਿਸ ਤਰ੍ਹਾਂ ਦੇ ਬੰਦੇ ਆਉਂਦੇ ਆ, ਇੱਕ ਲੇਡੀ 105 ਸਾਲ ਦੀ ਆਈ ਹੋਈ ਸੀਗੀ ਹੈ, ਉਹ ਦੇਖੋ 105 ਸਾਲ ਦੀ ਲੇਡੀ ਹੋ ਕੇ ਰੇਸ ਲਾਣ ਆਈ ਸੀ। 100 ਮੀਟਰ ਰੇਸ ਉਹਨੇ ਲਗਾਈ ਆ, ਉਹ ਸਵਿਮਿੰਗ ਨਹੀਂ ਦੌੜ ਲਾਉਂਦੀ ਸੀਗੀ। ਅੱਛਾ, ਹਾਂ ਉੱਥੇ ਆ ਕੇ ਹਰ ਇੱਕ ਨੂੰ ਇਨੀਸ਼ੀਏਟਿਵ ਮਿਲਦਾ ਵੀ ਅਸੀਂ ਵੀ ਆਪਾਂ ਹਰ ਤਰ੍ਹਾਂ ਦੀ ਐਕਸਰਸਾਈਜ਼ ਕਰੀਏ ਔਰ
ਇੱਥੇ ਜਾਈਏ। ਮੈਂ ਤਾਂ ਕਹਿੰਦਾ ਹਰ ਇੱਕ ਨੂੰ ਕੋਈ ਨਾ ਕੋਈ ਗੇਮ ਜ਼ਰੂਰ ਖੇਡਣੀ ਚਾਹੀਦੀ ਹੈ। ਚੰਗੀ ਗੱਲ ਆ। ਅੱਛਾ ਬੋਬੀ, ਤੁਸੀਂ 45 ਤੋਂ 50 ਦੀ ਏਜ ਦੇ ਵਿੱਚ ਖੇਡਦੇ ਹੋ, 4-5 ਸਾਲ ਪਹਿਲਾਂ ਹੀ ਤੁਸੀਂ ਸ਼ੁਰੂ ਕੀਤੀ ਸਵੀਮਿੰਗ, ਤਾਂ 4-5 ਸਾਲ ਦੇ ਵਿੱਚ ਹੀ 골ਡ ਲੈਣ ਤਾਂ ਸਰ ਇਹ ਕਾਫੀ ਇਹਦੇ ਵਿੱਚ ਮੈਂ ਸਟਰਗਲ ਕੀਤੀ ਸਰ ਇਹਦੇ ਵਿੱਚ, ਕਿਉਂਕਿ ਜਿਹੜੀ ਸਵਿਮਿੰਗ ਦੇ ਵਿੱਚ ਖਾਲੀ ਤਾਕਤ ਨਹੀਂ ਚਾਹੀਦੀ, ਟੈਕਨੀਕ ਵੀ ਚਾਹੀਦੀ ਹੈਗੀ ਆ। ਤੇ ਮੈਨੂੰ ਬਹੁਤ ਵੱਡੀ ਜਿਹੜੀ ਪ੍ਰੋਬਲਮ ਇਹੀ ਆ ਰਹੀ ਹੈਗੀ ਆ, ਸਪੈਸ਼ਲੀ ਪੰਜਾਬ ਦੇ ਜਿੰਨੇ ਵੀ ਸਵਿਮਰ ਹੈਗੇ ਨੇ, ਸਾਡੇ ਕੋਲ ਆਲ ਵੈਦਰ ਪੂਲ ਨਹੀਂ ਹੈਗਾ ਸਰ। ਅਸੀਂ ਸਿਰਫ 6 ਮਹੀਨੇ ਹੀ ਪ੍ਰੈਕਟਿਸ ਕਰ ਸਕਦੇ ਹਾਂ ਸਵਿਮਿੰਗ ਦੀ, ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ। ਅਕਤੂਬਰ ਔਨਵਰਡ ਕੋਈ ਵੀ ਪੂਲ ਨਹੀਂ ਪੰਜਾਬ 'ਚ ਚੱਲਦਾ, ਲੇਕਿਨ ਅਸੀਂ ਸਾਡੀ ਐਸੋਸੀਏਸ਼ਨ ਸਵਿਮਿੰਗ ਐਸੋਸੀਏਸ਼ਨ ਨੇ ਕੋਹਲੀ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਸਾਨੂੰ ਕੋਈ ਨਾ ਕੋਈ ਪੂਲ ਦੀ ਵਿਵਸਥਾ ਕਰਾ ਦਿੱਤੀ ਜਾਵੇ, ਕਿਉਂਕਿ ਸਾਡਾ ਕੰਪੀਟੀਸ਼ਨ ਨਜ਼ਦੀਕ ਹੈਗਾ। ਤੇ ਉਹਨਾਂ ਨੇ ਕਿਹਾ ਕਿ ਇੰਨੇ ਠੰਡੇ ਪਾਣੀ 'ਚ ਤੁਸੀਂ ਕਿੱਦਾਂ ਕਰੋਗੇ ਸਵਿਮਿੰਗ, ਪਰ ਅਸੀਂ ਆਪਣੇ ਹੌਸਲੇ ਜਜ਼ਬੇ ਕਾਇਮ ਰੱਖੇ ਤੇ ਠੰਡੇ ਪਾਣੀ 'ਚ -5 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਅਸੀਂ ਸਵਿਮਿੰਗ ਕੀਤੀ। ਜਨਵਰੀ, ਫਰਵਰੀ, ਮਾਰਚ ਲੋਕੀ ਬਾਹਰ ਅੱਗ ਲਾ ਸੇਕਦੇ ਹੁੰਦੇ ਸੀਗੇ, ਤੇ ਅਸੀਂ ਤਿੰਨੋਂ ਦੇ ਤਿੰਨੋਂ ਜਿਹੜੇ ਸੀਗੇ ਅਸੀਂ ਅੰਦਰ ਸਵਿਮਿੰਗ ਕਰਦੇ ਹੁੰਦੇ ਸੀਗੇ। ਤੇ ਇਹਦੇ ਪਿੱਛੇ ਬੜੀ ਹਾਰਡ ਵਰਕਿੰਗ ਹੈਗੀ ਆ ਸਰ। ਤੇ ਫਿਰ ਵੀ ਚਲੋ ਈਸ਼ਵਰੀ ਦਇਆ ਨਾਲ ਮੈਂ ਪਿਛਲੇ 6 ਸਾਲਾਂ ਤੋਂ ਲੱਗਾ ਹੋਇਆ ਸੀਗਾ ਕੰਪੀਟੀਸ਼ਨਾਂ ਦੇ ਨਾਲ ਵੀ, ਕਦੀ ਨਾ ਕਦੀ ਤਾਂ ਮੈਡਲ ਪਊਗਾ। 2018 'ਚ ਮੇਰੀ 18ਵੀਂ 19ਵੀਂ ਪਲੇਸ ਸੀਗੀ, ਪਿਛਲੇ ਸਾਲ ਮੇਰੀ ਚੌਥੀ ਪਲੇਸ ਆਈ ਸੀਗੀ, ਇਸ ਵਾਰ ਮੇਰੀ ਥਰਡ 골ਡ ਜਿੱਤਿਆ, ਤੇ ਦੋਵਾਂ ਦੇ ਵਿੱਚ ਮੇਰੀ ਥਰਡ ਆਈ ਹੈ ਪਲੇਸ। ਤੇ ਡੇ ਬਾਏ ਡੇ ਅਗਰ ਸਾਨੂੰ ਥੋੜਾ ਬਹੁਤ ਹੈਲਪ ਮਿਲ ਜਾਵੇ ਐਸੋਸੀਏਸ਼ਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ, ਕੋਈ ਓਨਰ ਹੋ ਜਾਵੇ। ਦੇਖੋ ਅਸੀਂ ਇੱਕ ਓਨਰ ਦੇ ਭੁੱਖੇ ਹੈਗੇ ਆ, ਅਸੀਂ ਹੁਣ ਗਏ ਆ 40-50 ਹਜ਼ਾਰ ਰੁਪਈਆ ਅਸੀਂ ਖਰਚ ਕਰਕੇ ਆਏ ਆ, ਤੇ ਜੇ ਸਾਨੂੰ ਕੁਝ ਛੋਟਾ ਜਿਹਾ ਮਾਨ ਸਨਮਾਨ ਮਿਲੇ ਸਰਕਾਰ ਵੱਲੋਂ, ਐਸੋਸੀਏਸ਼ਨਾਂ ਵੱਲੋਂ, ਤੇ ਇੱਕ ਸਾਨੂੰ ਇੱਕ ਜਜ਼ਬਾ ਮਿਲਦਾ, ਸਾਡੇ ਅੰਦਰ ਇੱਕ ਤਾਕਤ ਆਉਂਦੀ ਹੈਗੀ ਕਿ ਅੱਗੋਂ ਤੁਸੀਂ ਹੋਰ ਤਕੜੇ ਹੋ ਕੇ ਜਾਣਾ। ਅਸੀਂ ਹੁਣ 2 골ਡ ਜਿੱਤੇ, 4 골ਡ ਜਿੱਤਨੇ ਹੈਗੇ, 6 골ਡ ਜਿੱਤਨੇ ਹੈਗੇ। ਇਹ ਥੋੜੀ ਜਿਹੀ ਮੈਨੂੰ ਘਾਟ ਮਹਿਸੂਸ ਹੋ ਰਹੀ। ਅਵਾਰਡ ਮਿਲਣਾ ਚਾਹੀਦਾ, ਮੈਂ ਇਹ ਗੱਲ ਤੇ ਵੀ ਹੋਣਾ, ਪਰ ਮੈਂ ਪਹਿਲਾਂ ਤੁਹਾਡੀ ਕਹਾਣੀ ਜਾਨਣਾ ਚਾਹੁੰਦਾ, ਕਿਉਂਕਿ ਇੱਕ ਮੋਟੀਵੇਸ਼ਨਲ ਕਹਾਣੀਆਂ ਹੁੰਦੀਆਂ ਤੁਹਾਡੇ ਵੱਲ ਦੇਖ ਕੇ ਹੋਰ ਵੀ ਜਿਹੜੇ ਲੋਕ ਨੇ ਉਹ ਗੇਮ ਦੇ ਵਿੱਚ ਆਉਣਗੇ। 40 ਸਾਲ ਦੀ ਉਮਰ ਦੇ ਵਿੱਚ ਕਿੱਦਾਂ ਜਨੂਨ ਜਾਗਿਆ ਕਿ ਹੁਣ ਸਵੀਮਿੰਗ ਕਰਨੀ ਸ਼ੁਰੂ ਕਰ ਦਈਏ? ਸਰ ਬੇਸਿਕਲੀ ਕੋਈ ਜਨੂਨ ਨਹੀਂ ਜਾਗਿਆ, ਇੱਕ ਪ੍ਰੋਬਲਮ ਆ ਗਈ ਸੀ ਮੇਰੇ ਅੰਦਰ ਸਰ। ਬੇਸਿਕਲੀ ਮੈਨੂੰ ਅਪਰ ਸਰਵਾਈਕਲ ਹੋ ਗਈ ਸੀਗੀ, ਤੇ 4-5 ਸਾਲ ਤੋਂ ਕੰਟੀਨਿਊ ਮੈਂ ਫਿਜ਼ੀਓਥੈਰੇਪੀ ਸੈਂਟਰ 'ਚ ਜਾ ਰਿਹਾ ਸੀਗਾ। ਤੇ ਡੇ ਬਾਏ ਡੇ ਸਰ ਅਪਰ ਤੋਂ ਹੋਈ ਸੀਗੀ, ਨਾਲ ਲੋਅਰ ਸਰਵਾਈਕਲ ਨੇ ਵੀ ਮੈਨੂੰ ਅਟੈਕ ਕਰ ਦਿੱਤਾ। ਪੋਜੀਸ਼ਨ ਇੱਥੇ ਤੱਕ ਆ ਗਈ ਸੀਗੀ ਕਿ ਮੈਂ ਪਾਣੀ ਦਾ ਡੱਬਾ ਜਿਹੜਾ ਚੱਕਦਾ ਹੁੰਦਾ ਸੀਗਾ ਨਾ, ਤੇ ਮੈਂ ਮਤਲਬ ਇਦਾਂ ਹੋ ਕੇ ਚੱਕਣਾ ਉਹਨੂੰ। ਤੇ ਫਿਰ ਮੇਰੇ ਦੋਸਤ ਨੇ ਦੱਸਿਆ, ਜਿਹੜਾ ਫਿਜ਼ੀਓਥੈਰੇਪੀ ਸੀ ਦੋਸਤ ਬਣ ਗਿਆ, ਕਿਉਂਕਿ 6-7 ਸਾਲ ਤੋਂ ਲਗਾਤਾਰ ਮੈਂ ਉਹਦੇ ਸੈਂਟਰ ਤੇ ਜਾ ਰਿਹਾ ਸੀਗਾ ਫਿਜ਼ੀਓਥੈਰੇਪੀਸ ਕਰਨ ਵਾਸਤੇ। ਤੇ ਉਹ ਕਹਿੰਦੇ ਹਜੇ ਤੇਰੀ ਉਮਰ ਹੀ ਕੀ ਹੈਗੀ ਆ, ਤੂੰ ਥੋੜੀ ਬਹੁਤ ਕੋਈ ਗੇਮ ਕਰ, ਕੋਈ ਵੀ ਇਹੋ ਜਿਹੀ ਗੇਮ ਕਰ, ਮਤਲਬ ਉਹਨੂੰ ਐਜ਼ ਅ ਪ੍ਰੋਫੈਸ਼ਨਲ ਕਰਨਾ। ਫਿਰ ਮੈਂ ਨੈਟ 'ਚ ਸਰਚ ਕੀਤੀ ਕਿ ਵਿਚ ਇਜ਼ ਦਾ ਬੈਸਟ ਗੇਮ ਫॉर ਹੈਲਥ, ਤੇ ਸਵੀਮਿੰਗ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਮੀਡੀਆ ਦੇ ਥਰੂ ਕਿ ਇੱਕ ਇਹੋ ਜਿਹੀ ਗੇਮ ਹੈਗੀ ਆ ਕਿ ਇਹਨੂੰ 5 ਸਾਲ ਦੀ ਉਮਰ ਤੋਂ ਲੈ ਕੇ ਤੇ 100 ਸਾਲ ਦੀ ਉਮਰ ਤੱਕ ਆਪਾਂ ਕਰ ਸਕਦੇ ਹਾਂ। ਸੈਕੰਡਲੀ ਇਹਦੇ ਵਿੱਚ ਇੰਜਰੀ ਕੋਈ ਨਹੀਂ ਹੁੰਦੀ ਸਰ। ਤੁਸੀਂ ਵੇਟ ਲਿਫਟਿੰਗ ਕਰਦੇ ਆ, ਬਾਕਸਿੰਗ ਕਰਦੇ ਹੈਗੇ ਆ, ਪਾਵਰ ਲਿਫਟਿੰਗ ਕਰਦੇ, ਜਿਮ ਕਰਦੇ, ਉਹਦੇ ਵਿੱਚ ਬਹੁਤ ਇੰਜਰੀਆਂ ਹੈਗੀਆਂ, ਇਹ 'ਚ ਕੋਈ ਇੰਜਰੀ ਨਹੀਂ ਹੈਗੀ। ਔਰ ਸੈਕੰਡਲੀ ਦੂਜੀਆਂ ਗੇਮਾਂ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਸਟੀਰੋਇਡਸ, ਮਸਾਲੇ ਹੈ ਨਾ, ਕੋਈ ਫੂਡ ਹੋਰ ਤਰ੍ਹਾਂ ਦੀਆਂ ਜਿੱਦਾਂ ਸਪਲੀਮੈਂਟਸ ਲੈਂਦੇ ਨੇ, ਇਹਦੇ 'ਚ ਕੋਈ ਲੈਣ ਦੀ ਲੋੜ ਨਹੀਂ ਹੈਗੀ ਸਰ। ਇਹਦੇ ਵਿੱਚ ਟੈਕਨੀਕ, ਸਟੈਮਿਨਾ ਤੇ ਤੁਹਾਡੀ ਪ੍ਰੈਕਟਿਸ ਜਿਹੜੀ ਉਹ ਵਰਕ ਕਰਦੀ ਹੈਗੀ ਆ। ਉਹਨੂੰ ਫਿਰ ਸਰ ਮੈਂ ਆਪਣੀ ਬਿਮਾਰੀ ਨੂੰ ਦੂਰ ਕਰਨ ਦੇ ਚੱਕਰ ਦੇ ਵਿੱਚ ਮੈਂ ਸਵੀਮਿੰਗ ਨੂੰ ਅਡਾਪਟ ਕੀਤਾ, ਤੇ ਅੱਜ ਦੀ ਡੇਟ ਦੇ ਵਿੱਚ ਮੈਂ 100 ਕਿਲੋ ਦੀ ਜਿਹੜੀ ਹੈਗੀ ਆ ਸਕੁਐਡ ਲਗਾ ਰਿਹਾ ਹੈਗਾ, ਜਿਹੜਾ ਕਿ ਮੈਂ ਇਕੱਲਾ ਬਹਿ ਨਹੀਂ ਸਕਦਾ ਸੀ। ਅੱਜ ਦੀ ਡੇਟ 'ਚ ਮੈਂ 100 kg ਦੇ ਜਿਹਨੇ ਰੈਪ ਲਗਾਉਂਦਾ ਹੈਗਾ, ਬੈਂਚ ਪ੍ਰੈਸ ਲਗਾ ਰਿਹਾ ਹੈਗਾ, ਮੈਂ 500 ਕਿਲੋਮੀਟਰ ਸਾਈਕਲ ਚਲਾ ਲੈਂਦਾ ਹੈਗਾ, ਤੇ ਉਸ ਤੋਂ ਬਾਅਦ ਦੌੜਾਂ ਮੈਂ ਮੈਰਾਥਨਸ ਕੀਤੀਆਂ, ਉਸ ਤੋਂ ਬਾਅਦ 21 ਕਿਲੋਮੀਟਰ, 10 ਕਿਲੋਮੀਟਰ ਟਫ ਤੋਂ ਟਫ ਮੈਰਾਥਨ ਵੀ ਮੈਂ ਔਨ ਕਰ ਚੁੱਕਾ ਹੈਗਾ। ਯਾਨੀ ਕਿ ਸਰਵਾਈਕਲ ਨੇ ਤੁਹਾਨੂੰ ਪਲੇਅਰ ਬਣਾਤਾ ਵੇ। ਜੀ ਸਰ, ਇਹ ਕਹਿ ਸਕਦੇ ਕਿ ਛੋਟਾ ਮੋਟਾ ਮੇਲੇ ਉਹ ਇੱਕ ਵਰਦਾਨ ਸਾਬਤ ਹੋ ਗਿਆ ਹੈਗਾ। ਟੱਚਵੁੱਡ ਜਦੋਂ ਦੀ ਮੈਂ ਗੇਮ ਸਟਾਰਟ ਕਰ ਰਿਹਾ, ਮੈਂ ਅੱਜ ਤੱਕ ਕੋਈ ਦਵਾਈ ਤੇ ਨਾ ਮੈਂ ਫਿਜ਼ੀਓਥੈਰੇਪੀ ਸੈਂਟਰ ਗਿਆ ਅੱਜ ਤੱਕ, ਤੇ ਆਈ ਥੈਂਕਸ ਟੂ ਮਾਈ ਗੇਮ। ਔਰ ਸੈਕੰਡਲੀ ਸਰ ਮੈਂ ਨਾ ਥੋੜੇ ਆਪਣੇ ਜਿਹੜੇ ਸੀਨੀਅਰ ਜਿਹੜੇ ਹੋ ਚੁੱਕੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਕੋਈ ਨਾ ਕੋਈ ਗੇਮ ਜ਼ਰੂਰ ਕਰਨੀ ਚਾਹੀਦੀ ਆ। ਸਾਡਾ ਅੱਜ ਦਾ ਪੰਜਾਬ ਦਾ ਇਹੋ ਜਿਹਾ ਮਾਹੌਲ ਹੈਗਾ ਕਿ ਅਸੀਂ ਪੈਸੇ ਦੇ ਮਗਰ ਲੱਗੇ ਹੋਏ ਆ ਸਰ, ਪੈਸੇ ਦੇ ਮਗਰ। ਐਵਰੀਵਨ ਚੇਜ਼ਿੰਗ ਫॉर ਮਨੀ, ਉਹਨੂੰ ਪਤਾ ਹੀ ਨਹੀਂ ਕਿ ਯਾਰ ਹੈਲਥ ਕੀ ਚੀਜ਼ ਹੈਗੀ ਆ। ਔਰ ਅੰਗਰੇਜ਼ ਇੱਕ ਬੜੀ ਵਧੀਆ ਚੀਜ਼ ਲਿਖ ਕੇ ਗਏ ਹੈਗੇ ਨੇ, ਹੈਲਥ ਇਜ਼ ਵੈਲਥ, ਕਿ ਜੇ ਤੁਹਾਡੀ ਸਿਹਤ ਹੈਗੀ ਤੇ ਤੁਹਾਡੇ ਕੋਲ ਸਭ ਕੁਝ ਹੈਗਾ। ਆਪਾਂ ਉਸ ਚੀਜ਼ ਨੂੰ ਭੁੱਲ ਚੁੱਕੇ ਹੈਗੇ ਆ, ਪੈਸੇ ਮਗਰ ਲੱਗੇ ਹੋਏ ਨੇ। ਸਾਡਾ ਯੂਥ ਅੱਜ ਕੱਲ੍ਹ ਦੇਖੋ ਨਸ਼ਿਆਂ ਵੱਲ ਗਿਆ ਹੋਇਆ ਹੈਗਾ। ਸਾਡੀ ਸਰਕਾਰ ਸਾਨੂੰ ਥੋੜਾ ਬਹੁਤ ਮਾਨ ਸਨਮਾਨ ਦੇਵੇ, ਕਿਉਂਕਿ
ਇੱਕ ਜਿੱਦਾਂ ਸਰ ਹੈਗੇ ਨੇ, ਇੰਨੇ ਸੀਨੀਅਰ ਹੈਗੇ, ਇਹਨਾਂ ਨੇ ਕਈਆਂ ਦਾ ਮੋਟੀਵੇਸ਼ਨਲ ਬਣਨਾ। ਜਦੋਂ ਹੁਣ ਆਪਾਂ ਇੰਟਰਵਿਊ ਦੇ ਰਹੇ ਹਾਂ, ਇਹਨੂੰ ਹਜ਼ਾਰਾਂ ਲੋਕਾਂ ਨੇ ਸੁਣਨਾ ਹੈਗਾ। ਜਦੋਂ ਹੁਣ ਆਪਾਂ ਕਹਿ ਰਹੇ ਕਿ ਸਾਨੂੰ ਸਰ ਕੁਝ ਮਿਲਦਾ ਹੀ ਨਹੀਂ ਹੈਗਾ ਜੀ, ਅਸੀਂ ਆਪਣੇ ਖਰਚਿਆਂ 'ਚ ਜਾ ਰਹੇ ਹੈਗੇ ਨੇ, ਅਸੀਂ ਤਾਂ ਉੱਥੇ ਰਹਿੰਦੇ ਵੀ ਆਪਣੇ ਖਰਚਿਆਂ 'ਚ, ਸਰਕਾਰ ਸਾਡੇ ਵੱਲ ਵੇਖਦੀ ਨਹੀਂ। ਤਾਂ ਇੱਕ ਥੋੜਾ ਬਹੁਤ ਕਿਸੇ ਨਾ ਕਿਸੇ ਹੱਦ ਵਿੱਚ ਇੱਕ ਨੈਗੇਟਿਵ ਮੈਸੇਜ ਵੀ ਜਾਂਦਾ ਯੂਥ ਵੱਲ। ਬੁਢਾਪਾ ਪੈਨਸ਼ਨ ਲੱਗਦੀ, ਇੱਕ ਸਪੋਰਟਸ ਪੈਨਸ਼ਨ ਲੱਗ ਜੇ। ਜੇ ਅਸੀਂ 골ਡ ਜਿੱਤੇ ਆ, ਸਿਲਵਰ ਜਿੱਤਿਆ, ਬ੍ਰਾਊਨ ਜਿੱਤਿਆ, ਜਿਹੜੇ ਪੰਜਾਬ ਦੇ ਖਿਡਾਰੀ ਜਿੱਤ ਗਏ ਉਹਨਾਂ ਨੂੰ ਭਾਵੇਂ 200 ਰੁਪਈਆ ਦੇ ਦਿਓ ਇੱਕ ਪੈਨਸ਼ਨ, ਸਪੋਰਟਸ ਪੈਨਸ਼ਨ। ਤੁਸੀਂ ਗੇਮ ਕਰਦੇ ਹੋ, 6 ਸਾਲ ਹੋ ਗਏ ਤੁਹਾਨੂੰ ਖੇਡਦਿਆਂ ਨੂੰ, ਜਿੱਦਾਂ 골ਡ ਵੀ ਲਿਆ, ਤੁਸੀਂ ਬ੍ਰੌਂਜ਼ ਵੀ ਲਿਆ, ਤਾਂ ਤੁਹਾਨੂੰ ਸਰਕਾਰ ਦੇ ਵੱਲੋਂ ਕੋਈ ਇਨਾਮ ਦਿੱਤਾ ਜਾਂਦਾ, ਨਗਦੀ ਰਾਸ਼ੀ ਕਦੇ ਅੱਜ ਤੱਕ ਮਿਲੀ ਕਦੇ? ਨਹੀਂ ਸਰ, ਅੱਜ ਤੱਕ ਮੈਨੂੰ ਤੇ ਕੋਈ ਨਹੀਂ ਮਿਲੀ ਸਰ। ਤੇ ਮੈਂ ਹੀ ਦੁਆ ਕਰਨਾ ਚਾਹੁੰਦਾ, ਸਾਨੂੰ ਭਾਵੇਂ ਇੱਕ 100 ਰੁਪਈਆ ਮਿਲ ਜਾਵੇ ਤੇ ਸਾਡੇ ਲਈ ਉਹ ਇੱਕ ਪ੍ਰਾਊਡਫੁਲ ਫੀਲਿੰਗ ਹੋਏਗੀ ਕਿ ਯਾਰ ਚਲੋ ਸਾਨੂੰ ਕੋਈ ਦੇਖਣ ਵਾਲਾ ਹੈਗਾ, ਸਾਡੀ ਕੋਈ ਦੁੱਖ ਸੁੱਖ ਸਾਨੂੰ ਜਾਣਨ ਵਾਲਾ ਹੈਗਾ, ਅਸੀਂ ਇੱਕ ਮੋਟੀਵੇਸ਼ਨਲ ਬਣੀਏ ਕਿਸੇ ਦੇ ਵਾਸਤੇ। ਤੇ ਬਸ ਮੇਰਾ ਤਾਂ ਇਹੀ ਹੈਗਾ ਕਿ ਸਰਕਾਰ ਮਤਲਬ ਸਾਡੇ ਵੱਲ ਵੇਖਦੀ ਨਹੀਂ ਪਈ ਸਰ। ਬਿਲਕੁਲ ਇਹੀ ਤਰਾਸਦੀ ਹੈਗੀ ਹੈ ਕਿ ਪਲੇਅਰ ਜਿਹੜੇ ਪਿੱਛੇ ਰਹਿ ਜਾਂਦੇ ਨੇ। ਅੱਛਾ ਖੈਰ, ਹਰਵਿੰਦਰ ਜੀ ਤੋਂ ਤੁਸੀਂ ਦੱਸੋ, ਰਘਬੀਰ ਜੀ, ਕਿ ਇਹਨਾਂ ਨੇ ਤਾਂ ਕਹਾਣੀ ਦੱਸਤੀ ਆਪਣੀ। ਇਹ ਕਹਿੰਦੇ ਨੇ ਕਿ ਸਰਵਾਈਕਲ ਹੋ ਗਿਆ ਤਾਂ ਕਹਿੰਦੇ ਉਦੋਂ ਆਏ, ਤੁਸੀਂ ਤਾਂ ਮੈਨੂੰ ਲੱਗਦਾ ਕਿ ਇਹ ਦੱਸਦੇ ਸੀਗੇ ਕਿ ਬਚਪਨ ਤੋਂ ਕਰਦੇ ਆ ਰਹੇ ਹੋ ਸਵਿਮਿੰਗ। ਹਾਂਜੀ ਸਰ, ਮੈਂ ਜਦੋਂ 8 ਸਾਲ ਦਾ ਸੀ ਮੈਂ ਉਦੋਂ ਤੋਂ ਸਵਿਮਿੰਗ ਕਰਦਾ ਆ ਰਿਹਾ, ਤੇ ਮੈਂ ਅੱਜ ਤੱਕ 18 ਨੈਸ਼ਨਲ ਖੇਲੀਆਂ, 2 ਸਾਲ ਮੈਂ ਨੈਸ਼ਨਲ ਚੈਂਪੀਅਨ ਰਿਹਾ, ਔਰ ਮੈਂ ਪੰਜਾਬ ਦਾ ਬੈਸਟ ਵਾਟਰਪੋਲੋ ਪਲੇਅਰ, ਕੁਸ਼ੇਤਰ ਯੂਨੀਵਰਸਿਟੀ ਦਾ ਬੈਸਟ ਵਾਟਰਪੋਲੋ ਪਲੇਅਰ, ਔਰ ਗੁਰੂ ਨਾਨਕ ਯੂਨੀਵਰਸਿਟੀ ਦਾ ਬੈਸਟ ਵਾਟਰਪੋਲੋ ਪਲੇਅਰ ਰਿਹਾ। ਔਰ ਮੈਂ 2004 ਦੇ ਵਿੱਚ ਜਿਹੜਾ ਕਿ ਲਾਸਟ ਮੇਰਾ ਕੰਪੀਟੀਸ਼ਨ ਸੀ, ਜਿਹਦੇ ਵਿੱਚ ਮੈਂ ਜਿਹੜਾ ਕਿ 15 골ਡ ਮੈਡਲ ਜਿੱਤੇ ਸੀਗੇ, ਔਰ ਬੈਸਟ ਵਾਟਰਪੋਲੋ ਪਲੇਅਰ, ਔਰ ਬੈਸਟ ਸਵਿਮਰ, ਔਰ ਫਾਸਟੈਸਟ ਸਵਿਮਰ ਜਿਹੜਾ ਕਿ ਕੁਸ਼ੇਤਰ ਯੂਨੀਵਰਸਿਟੀ ਡਿਕਲੇਅਰ ਹੋਇਆ ਸੀ। ਤੇ ਉਸ ਤੋਂ ਬਾਅਦ ਜਿਹੜਾ ਕਿ ਮੈਂ ਸਵਿਮਿੰਗ ਜਿਹੜਾ ਕਿ ਛੱਡ ਦਿੱਤੀ ਸੀ, ਸਟੱਡੀ ਖਤਮ ਹੋ ਗਈ ਸੀ, ਔਰ ਮੇਰੇ ਫਾਦਰ ਦੀ ਜਿਹੜਾ 2007 ਵਿੱਚ ਡੈਥ ਹੋ ਗਈ ਸੀ। ਉਸ ਤੋਂ ਬਾਅਦ ਫਿਰ ਮੈਂ ਜਿਹੜਾ ਕਿ ਐਜ਼ ਏ ਗੱਲ ਆਪਣੇ ਪੈਰਾਂ ਤੇ ਸਟੈਂਡ ਹੋਣ ਲਈ ਜੌਬਸ ਦੇ ਵੱਲ ਜਿਹੜਾ ਕਿ ਆ ਗਿਆ, ਤੇ ਇੱਧਰ ਗਵਰਨਮੈਂਟ ਜੌਬ ਦੇ ਵਿੱਚ ਜਿਹੜਾ ਕਿ ਮੈਂ ਆ ਗਿਆ। ਔਰ ਫਿਰ ਜੋ ਮੇਰੀ ਬੇਟੀ ਹੋਈ, ਔਰ ਮੈਨੂੰ ਆਇਆ ਕਿ ਮੈਂ ਇਹਨੂੰ ਜਿਹੜਾ ਕਿ ਸਵਿਮਰ ਬਣਾਉਣਾ, ਇਹਨੂੰ ਪਲੇਅਰ ਬਣਾਉਣਾ, ਤੇ ਉਹਦੇ ਨਾਲ ਨਾਲ ਮੈਂ ਜਿਹੜੀ ਕਿ ਪ੍ਰੈਕਟਿਸ ਕਰਦਾ ਰਿਹਾ। ਫਿਰ ਜਦੋਂ ਮੈਂ ਇਹ ਵਿੱਚ ਜੇ ਗੱਲ ਕੋਵਿਡ ਦੇ ਵਿੱਚ ਅਨਫਿਟ ਹੋ ਗਿਆ ਸੀਗਾ, ਕੋਈ ਸਭ ਕੁਝ ਬੰਦ ਹੋ ਗਿਆ ਸੀ, ਮੇਰੀ ਬੇਟੀ ਨੇ ਮੈਨੂੰ ਮੋਟੀਵੇਟ ਕੀਤਾ ਕਿ ਪਾਪਾ ਤੁਸੀਂ ਬੜਾ ਕਿ ਫੈਟੀ ਹੋ ਗਏ ਹੋ, ਥੋੜਾ ਵੇਟ ਘਟਾਓ। ਫਿਰ ਮੈਂ ਜਿਹੜਾ ਕਿ ਰਨਿੰਗ ਵਗੈਰਾ ਸ਼ੁਰੂ ਕੀਤੀ। ਔਰ 2019 ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਡਿਪਾਰਟਮੈਂਟ ਵੱਲੋਂ ਮੇਰੀ ਡਿਊਟੀ ਲਗਾਈ ਗਈ, ਜਿਹੜੇ ਨਵੇਂ ਰਿਕਰੂਟਮੈਂਟ ਹੋਣੀ ਹੈ ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਨੂੰ ਫਿਟਨੈਸ ਜਿਹੜੀ ਦੇਣੀ ਆ, ਤੇ ਉਹਨਾਂ ਨੂੰ ਫਿਟਨੈਸ ਕਰਦੇ ਮੈਂ ਵੀ ਫਿੱਟ ਹੋ ਗਿਆ। ਮਤਲਬ ਕਿ 1.5 ਮਹੀਨੇ ਦੀ ਉਹਨਾਂ ਦੀ ਟ੍ਰੇਨਿੰਗ ਸੀਗੀ, ਔਰ ਮੈਂ ਵੀ ਨਾਲ ਟ੍ਰੇਨਿੰਗ ਕੀਤੀ, ਔਰ ਮੈਂ ਵੀ ਜਿਹੜਾ ਕਿ ਸਪ੍ਰਿੰਟਾਂ ਵਗੈਰਾ ਮੇਰਾ ਕਾਫੀ, ਮੈਂ 25 ਕਿਲੋ ਵੇਟ ਲੂਜ਼ ਕੀਤਾ ਉਹ। ਤੇ ਫਿਰ ਮੇਰੇ ਜਿਹੜੇ ਕਿ ਦੋਸਤਾਂ ਨੇ ਕਿਹਾ ਕਿ ਮਾਸਟਰਸ ਹੋ ਰਹੀਆਂ ਐਥਲੈਟਿਕਸ ਦੀਆਂ, ਉਹ ਮੈਂ ਉਹਦੇ 'ਚ ਪਾਰਟਿਸਿਪੇਟ ਕੀਤਾ। 100 ਮੀਟਰ 200 ਮੀਟਰ ਦੇ ਵਿੱਚ ਪੰਜਾਬ ਵਿੱਚ ਮੈਂ ਫਸਟ ਆਇਆ। ਫਿਰ ਆਲ ਇੰਡੀਆ ਸਿਵਲ ਸਰਵਿਸ ਵੀ ਆਪਾਂ ਖੇਡ ਕੇ ਆਏ ਕਰਨਾਲ ਦੇ ਵਿੱਚ, ਔਰ ਜਿਹੜਾ ਕਿ ਫਿਰ ਆਪਣਾ ਕੀ ਕਹਿੰਦੇ ਨੇ ਦਿੱਲੀ ਦੇ ਵਿੱਚ ਵੀ ਹੋ ਗਿਆ, ਗੁੜਗਾਵਾਂ ਦੇ ਵਿੱਚ। ਫਿਰ ਮੈਨੂੰ ਨਵੰਬਰ ਦੇ ਵਿੱਚ ਪਿਛਲੇ ਸਾਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬਾਬੂ ਜੀ ਦਾ ਫੋਨ ਆਇਆ ਕਿ ਬਈ ਮਾਸਟਰਸ ਸਵਿਮਿੰਗ ਹੋ ਰਹੀਆਂ ਨੈਸ਼ਨਲ ਨੇ, ਤੇ ਤੁਸੀਂ ਪਾਰਟਿਸਿਪੇਟ ਕਰੋਗੇ। ਮੈਂ ਕਿਹਾ ਨਵੰਬਰ ਦੇ ਵਿੱਚ ਕੋਈ ਪੂਲ ਖੁੱਲ੍ਹਾ ਨਹੀਂ, ਔਰ ਪ੍ਰੈਕਟਿਸ ਕੀਤੀ ਨਹੀਂ, ਤੇ ਮੈਂ ਕਿਹਾ ਬਈ ਪੋਸੀਬਲ ਨਹੀਂ ਆਇਆ। ਮੈਂ ਇਹਨਾਂ ਨੂੰ ਮਤਲਬ ਕਿ ਰਿਫਿਊਜ਼ ਕਰਤਾ ਕਿ ਪ੍ਰੈਕਟਿਸ ਤਾਂ ਕੀਤੀ ਨਹੀਂ। ਇਹਨਾਂ ਫਿਰ ਅਗਲੇ ਦਿਨ ਫੋਨ ਆ ਗਿਆ ਕਿ ਪਾੜਿਆ ਜੀ ਅਸੀਂ ਪੂਲ ਦਾ ਇੰਤਜ਼ਾਮ ਕਰ ਲਿਆ, ਕਿ ਹਾਂ ਵੀ ਅਸੀਂ ਪਰਮਿਸ਼ਨ ਲੈ ਲਈ ਹੈ ਪੁਲਿਸ ਦੀ, ਪਬਲਿਕ ਸਕੂਲ ਉੱਥੇ ਜਿਹੜਾ ਕਿ ਸਵਿਮਿੰਗ ਕਰਨੀ ਹੈ। ਮੈਂ ਕਿਹਾ ਨਹੀਂ ਠੰਡ ਦੇ ਵਿੱਚ, ਕਹਿੰਦੇ ਹਾਂ ਜੀ। ਮੈਂ ਚਲੋ ਦੇਖ ਲੈਂਦੇ ਹਾਂ, ਮੈਂ ਜਾ ਕੇ ਵੇਖ ਲੈਂਦੇ ਹਾਂ। ਅਸੀਂ ਗਏ, ਬਹੁਤ ਠੰਡਾ ਪਾਣੀ ਸੀਗਾ, ਲੇਕਿਨ ਅਸੀਂ ਡੈਡੀਕੇਸ਼ਨ ਦੇ ਨਾਲ ਜਿਹੜਾ ਕਿ ਪ੍ਰੈਕਟਿਸ ਕੀਤੀ ਕਿ ਹਾਂ ਵੀ ਜੇ ਹੁਣ ਪਰਮਿਸ਼ਨ ਮਿਲੀ ਆ ਤੇ ਆਪਾਂ ਕੁਝ ਕਰਕੇ ਦਿਖਾਣਾ। ਤੇ ਅਸੀਂ ਜਿਹੜਾ ਕਿ ਉਹਦੇ ਸਰਦੀਆਂ ਦੇ ਵਿੱਚ ਜਿਹੜੇ ਕਿ ਪ੍ਰੈਕਟਿਸ ਕੀਤੀ 15-20 ਦਿਨ, ਤੇ ਨੈਸ਼ਨਲ ਦੇ ਵਿੱਚੋਂ ਉੱਥੇ ਮੈਂ 1 골ਡ 2 ਸਿਲਵਰ ਤੇ 1 ਬ੍ਰੌਂਜ਼ ਮੈਡਲ ਜਿਹੜਾ ਕਿ ਲੈ ਕੇ ਆਇਆ। ਉੱਥੋਂ ਆ ਕੇ ਅਸੀਂ ਸਵਿਮਿੰਗ ਛੱਡੀ ਨਹੀਂ। ਔਰ ਇਹ ਇਹਨਾਂ ਦੀ ਡੈਡੀਕੇਸ਼ਨ ਬਹੁਤ ਆ ਬਾਬੂ ਜੀ ਦੀ। ਇਹ ਕਹਿੰਦੇ ਨਹੀਂ ਭਾੜੇ ਸਾਹਿਬ, ਮੈਂ ਕਿਹਾ ਸਰਦੀਆਂ ਹੋ ਗਈਆਂ ਹੁਣ ਕਿੱਦਾਂ, ਕਹਿੰਦੇ ਕੋਈ ਗੱਲ ਨਹੀਂ। ਅਸੀਂ ਮਤਲਬ ਕਿ -ਡਿਗਰੀ ਟੈਂਪਰੇਚਰ ਹੁੰਦਾ ਸੀ, ਬਾਹਰ ਲੋਕੀ ਅੱਗ ਸੇਕ ਰਹੇ ਹੁੰਦੇ ਸੀ, ਸਵਿਮਿੰਗ ਕਰ ਰਹੇ ਹਾਂ। ਤੇ ਚੱਲ ਕਿ ਅਸੀਂ 30 ਮਿੰਟ ਹੀ ਕਰਦੇ ਸੀ, 30 ਮਿੰਟ ਤੋਂ ਬਾਅਦ ਅਸੀਂ ਜ਼ਿਆਦਾ ਰੁਕ ਜਾਈਏ ਤੇ ਸੁੰਨ ਹੋ ਜਾਂਦੀ ਸੀ ਬੋਡੀ ਪੂਰੀ, ਇੰਨਾ ਕੁ ਮਤਲਬ ਕਿ ਬੋਡੀ ਟੈਂਪਰੇਚਰ ਜਿਹੜਾ ਕਿ ਠੰਡਾ ਹੋ ਜਾਂਦਾ ਸੀਗਾ। ਔਰ ਅਸੀਂ ਡੈਡੀਕੇਸ਼ਨ ਨਾਲ ਉਹ ਕੰਟੀਨਿਊਸਲੀ ਉੱਤੋਂ ਪ੍ਰੈਕਟਿਸ ਕਰਦੇ ਨੇ। ਤੇ ਹਾਲਾਂਕਿ ਪੂਲ ਵੀ ਬਿਲਕੁਲ ਬੰਦ ਸੀਗੇ, ਅਸੀਂ ਕਿਸੇ ਪੂਲ ਤੇ ਜਾ ਕੇ ਪ੍ਰੈਕਟਿਸ ਕਰਨੀ, ਈਵਨ ਕਿ ਡੇਲੀ ਚਾਰजेस ਦੇ ਕੇ ਪ੍ਰੈਕਟਿਸ ਕਰਨੀ, ਕਿ 200 ਰੁਪਏ ਇੱਕ ਦਿਨ ਦਾ ਦੇ ਕੇ ਸਵਿਮਿੰਗ ਕਰਨੀ। ਫਿਰ ਜਦੋਂ ਆਹ ਪੂਲ ਖੁੱਲਿਆ ਤੇ ਅਸੀਂ HME ਕਾਲਜ ਦੇ ਬੜੇ ਸ਼ੁਕਰਗੁਜ਼ਾਰ ਹਾਂ, ਇਹਨਾਂ ਨੇ ਸਾਨੂੰ ਜਿਹੜਾ ਕਿ ਪ੍ਰੈਕਟਿਸ ਦੀ ਪਰਮਿਸ਼ਨ ਦਿੱਤੀ, ਔਰ ਸਾਨੂੰ ਜਿਹੜਾ ਕਿ ਸੈਪਰੇਟ ਲੇਨ ਦੇ ਦਿੰਦੇ ਸੀ, ਅਸੀਂ ਪ੍ਰੈਕਟਿਸ ਕਰਦੇ ਸੀ ਤਿੰਨੋਂ ਜਾਣੇ। ਤੇ ਇੱਥੇ ਅਸੀਂ ਜਿਹੜਾ ਕਿ ਹੁਣ 2-3 ਮਹੀਨੇ ਪ੍ਰੈਕਟਿਸ ਕੀਤੀ, ਔਰ ਉਹਦਾ ਰਿਜ਼ਲਟ ਹੈ ਕਿ ਅਸੀਂ ਜਿਹੜਾ ਕਿ ਤਿੰਨੋਂ ਜਾਣੇ ਜਿਹੜੇ ਕਿ 골ਡ ਮੈਡਲ ਲੈ ਕੇ ਆਏ ਆ। ਤੇ ਡੈਡੀਕੇਸ਼ਨ ਹੈ। ਦੇਖੋ ਮੈਂ ਇਹ ਗੱਲ ਕਹੂੰਗਾ ਕਿ ਹਾਂ ਵੀ ਰੁਕਾਵਟਾਂ ਜਿਹੜੀਆਂ ਕਿ ਹਰ ਫੀਲਡ 'ਚ ਆਉਂਦੀਆਂ, ਹਰ ਲਾਈਫ ਦੇ ਵਿੱਚ ਆਉਣੀਆਂ, ਅਸੀਂ ਰੁਕਾਵਟਾਂ ਨੂੰ ਰੁਕਣਾ ਨਹੀਂ, ਉਹਨੂੰ ਹਰਡਲਸ ਨੂੰ ਕ੍ਰੋਸ ਕਰਕੇ ਤੁਸੀਂ ਆਪਣੀ ਜਰਨੀ ਆ ਉਹਨੂੰ ਕੰਟੀਨਿਊ ਰੱਖਣਾ। ਰੱਬ ਤੁਹਾਡੇ ਚੋਲੇ 'ਚ ਜਿਹੜੇ ਕਿ ਤੁਹਾਡੀ ਸਕਸੈਸ ਆਪਣੇ ਆਪ ਹੀ ਪਾਏਗਾ, ਤੁਸੀਂ ਬਸ ਆਪਣੀ ਚੀਜ਼ ਨੂੰ ਕੰਟੀਨਿਊ ਰੱਖੋ। ਬਿਲਕੁਲ। ਅੱਛਾ ਪ੍ਰਵੀਨ ਜੀ, ਤੁਸੀਂ ਦੱਸਦੇ ਹੋ ਕਿ 72-73 ਦੇ ਵਿੱਚ ਤੁਸੀਂ ਛੱਡਤੀ ਸਵੀਮਿੰਗ, 2013 ਦੇ ਦੁਬਾਰਾ ਸ਼ੁਰੂ ਕਰ ਲਈ। 2013 'ਚ ਦੁਬਾਰਾ ਕਿੱਦਾਂ ਖਿਆਲ ਆਇਆ ਕਿ ਹੁਣ ਸ਼ੁਰੂ ਕਰ ਦਈਏ ਫਿਰ? ਉਹ ਮੈਨੂੰ ਇਦਾਂ ਆਇਆ ਜੀ, ਅਸੀਂ ਐਸੋਸੀਏਸ਼ਨ ਆ ਜਲੰਧਰ 'ਚ ਜੀ,
ਇੰਡਸਟਰੀਅਲ ਐਸੋਸੀਏਸ਼ਨ। ਅਸੀਂ ਉਹ ਸਾਰੇ ਜਣੇ ਇੱਥੋਂ ਗਏ ਡਲਹੌਜੀ ਉੱਥੇ ਜਿਸ ਹੋਟਲ 'ਚ ਠਹਿਰੇ ਸੀ ਉੱਥੇ ਸੀ ਸਵਿਮਿੰਗ ਪੂਲ। ਉੱਥੇ ਉਹ ਕਹਿੰਦੇ ਜੀ ਸਵਿਮਿੰਗ ਕਰੀਏ, ਠੰਡ ਦੇ ਵਿੱਚ ਵੀ ਅਸੀਂ ਚਲੋ ਕੀਤੀ, ਲੇਕਿਨ ਉਹਨਾਂ ਨੇ ਜਦੋਂ ਮੈਨੂੰ ਦੇਖਿਆ ਸਵਿਮਿੰਗ ਕਰਦਿਆਂ ਨੂੰ ਉਹ ਕਹਿੰਦੇ ਤੁਸੀਂ ਸਵਿਮਿੰਗ ਛੱਡੀ ਕਿਉਂ? ਉਹ ਮੈਂ ਕਿਹਾ ਵਪਾਰ 'ਚ ਪੈ ਗਏ ਸੀਗੇ ਉਸ ਕਰਕੇ। ਉਹ ਕਹਿੰਦੇ ਜੀ ਨਹੀਂ, ਹੁਣ ਕਹਿੰਦੇ ਤੁਸੀਂ ਸ਼ੁਰੂ ਕਰੋ, ਤੁਸੀਂ ਬਹੁਤ ਅੱਛੀ ਸਵਿਮਿੰਗ ਕਰਦੇ ਆ, ਤੁਹਾਡਾ ਸਟਾਈਲ ਵੀ ਬੜਾ ਅੱਛਾ ਆ, ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਜਾ ਰਹੇ ਆ ਤਾਂ ਕਿਤੇ ਤੇ ਕਿਤੇ ਪਹੁੰਚ ਜਾਂਦੇ ਆ ਸਵਿਮਿੰਗ ਦੇ ਵਿੱਚ, ਐਡੀ ਫਾਸਟ ਜਾ ਰਹੇ ਆ। ਤਾਂ ਉਹ ਫਿਰ ਮੈਨੂੰ ਉਹਨਾਂ ਨੇ, ਸਾਡਾ ਪ੍ਰੈਜ਼ੀਡੈਂਟ ਆ ਸੂਬਾ ਸਿੰਘ, ਉਹਨੇ ਕਿਹਾ ਨਹੀਂ ਤੂੰ ਵੀ ਜ਼ਰੂਰ ਸਵਿਮਿੰਗ ਕਰ ਸਾਡੀ ਐਸੋਸੀਏਸ਼ਨ ਦਾ। ਤਾਂ ਫਿਰ ਮੈਂ ਉਦੋਂ ਤੋਂ ਸ਼ੁਰੂ ਕੀਤੀ ਔਰ 13 ਤੋਂ, ਔਰ ਉਦੋਂ 13 ਤੋਂ ਲੱਗ ਕੇ ਫਿਰ ਮੈਂ ਲਗਾਤਾਰ, ਫਿਰ ਹੁਣ ਗਰਮੀਆਂ 'ਚ ਕਰਦਾ ਮੈਂ, ਸਰਦੀਆਂ 'ਚ ਮੈਂ ਨਹੀਂ ਕਰਦਾ ਕਿਉਂਕਿ ਮੈਂ ਇਸ ਏਜ ਦੇ ਵਿੱਚ ਸਰਦੀਆਂ 'ਚ ਨਹੀਂ ਕਰ ਸਕਦਾ। ਔਰ ਗਰਮੀਆਂ 'ਚ ਵੀ ਮੈਂ ਉਨੀ ਕੁ ਹੀ ਕਰਦਾ ਜਿੰਨੀ ਕੁ ਮੈਨੂੰ ਚਾਹੀਦੀ ਆ, ਅੱਧਾ ਘੰਟਾ ਬਸ, ਅੱਧਾ ਪੌਣਾ ਘੰਟਾ ਹੀ। ਬਾਕੀ ਮੈਂ ਯੋਗਾ ਔਰ ਦੂਜੀ ਐਕਸਰਸਾਈਜ਼, ਲਾਈਟ ਐਕਸਰਸਾਈਜ਼ ਕਰ ਲੈਣਾ, ਸੈਰ ਕਰ ਲੈਣਾ ਹੈ। ਅੱਛਾ ਪਵੀ, ਪਹਿਲਾਂ ਕਹਿੰਦੇ ਤੁਸੀਂ ਕੋਈ ਹੋਰ ਗੇਮ ਕਰਦੇ ਹੁੰਦੇ ਸੀਗੇ, ਪੰਜਾਬ ਪੁਲਿਸ 'ਚ ਵੀ ਨੌਕਰੀ ਕਰਦੇ ਸੀਗੇ ਤੇ ਉੱਥੋਂ ਰਿਜ਼ਾਈਨ ਕਰਤਾ, ਕੀ ਕਿੱਸਾ ਕੀ ਆ ਉਹ? ਸਰ ਮੈਂ ਉਦੋਂ 17 ਸਾਲਾਂ ਦਾ ਸੀਗਾ, ਉਦੋਂ ਮੈਨੂੰ ਬੈਠਕਾਂ ਦਾ ਸ਼ੌਂਕ ਹੁੰਦਾ ਸੀਗਾ, ਜਿਹੜੀ ਆਪਾਂ ਉੱਠ ਕੇ ਬੈਠਕ ਮਾਰਦੇ ਹੁੰਦੇ ਸੀਗੇ। ਤੇ ਉਹ ਸਰ ਮੈਂ ਕੰਟੀਨਿਊ 7500 ਬੈਠਕਾਂ ਮਾਰੀਆਂ ਸੀਗੀਆਂ ਉਸ ਵੇਲੇ। ਤੇ ਮੇਰੀ ਰੰਗੀਨ ਕਲਰ ਫੋਟੋ ਫਰੰਟ ਪੇਜ ਤੇ ਪੰਜਾਬ ਕੇਸਰੀ ਦੇ ਵਿੱਚ ਛਪੀ ਸੀ। ਇਹ 1991 ਦੀ ਗੱਲ ਹੈਗੀ ਹੈ। ਤੇ ਉਸ ਵੇਲੇ ਇੱਕ ਫਰੰਟ ਪੇਜ ਤੇ ਛਾਪਣੀ ਬਹੁਤ ਵੱਡੀ ਚੀਜ਼ ਹੁੰਦੀ ਸੀਗੀ। ਤੇ ਪੀਏਪੀ ਦੇ ਡੀਜੀਪੀ ਮਹਿਲ ਸਿੰਘ ਭੁੱਲਰ ਹੁੰਦੇ ਸੀਗੇ। ਤੇ ਉਹਨਾਂ ਨੇ ਜਦੋਂ ਖਬਰ ਪੜ੍ਹੀ, ਉਹਨਾਂ ਨੇ ਮੈਨੂੰ ਕਾਲ ਫਾਰ ਕੀਤਾ ਕਿ ਇਹ ਬੰਦੇ ਨੂੰ ਤੁਸੀਂ ਲੈ ਕੇ ਆਓ। ਫਿਰ ਮੈਂ ਉੱਥੇ ਗਿਆ, ਉਹਨਾਂ ਨੇ ਕਿਹਾ ਕੱਕਾ ਤੇਰੀ ਖਬਰ ਸੱਚੀ ਕਿ ਝੂਠੀ? ਮੈਂ ਕਿਹਾ ਸਰ ਸੱਚੀ ਹੈਗੀ। ਕਹਿੰਦੇ ਮਾਰ ਕੇ ਦਿਖਾ। ਫਿਰ ਮੈਂ ਮਾਰ ਕੇ ਦਿਖਾਈਆਂ ਬੈਠਕਾਂ। 7500 ਨਹੀਂ, ਉਹਨਾਂ ਨੇ 5-7-6000 ਮਰਵਾਈਆਂ ਸੀ। ਕਹਿੰਦਾ ਸੀਗਾ ਕਿ ਜਿਹੜਾ ਬੰਦਾ 6000 ਬੈਠਕ ਮਾਰ ਲੇਗਾ ਨਾ, ਉਹਨੇ 1500 ਹੋਰ ਮਾਰ ਦੇਣੀ ਆ। ਕਹਿੰਦੇ ਮੁਲਾਜ਼ਮ ਬਣਨਾ? ਮੈਂ ਕਿਹਾ ਬਣਨਾ ਜੀ। ਔਨ ਦੀ ਸਪੋਰਟ ਮੇਰੀ ਰਿਕਰੂਟਮੈਂਟ ਹੋ ਗਈ, ਮੈਂ ਕਾਂਸਟੇਬਲ ਬਣ ਗਿਆ। ਕੁਝ ਸਮੇਂ ਬੜਾ ਅੱਛਾ ਚੱਲਿਆ। ਫਿਰ ਮੈਨੂੰ ਇਹਨਾਂ ਨੇ ਪਾਤਾ ਰੰਗਰੂਟੀ ਦੇ ਵਿੱਚ, ਇੱਕ ਹੁੰਦੀ ਟ੍ਰੇਨਿੰਗ ਹੁੰਦੀ ਰੰਗਰੂਟ ਦੀ, ਉਹ 6 ਮਹੀਨੇ ਦੀ ਮੈਂ ਟ੍ਰੇਨਿੰਗ ਕੱਟੀ। ਉਸ ਤੋਂ ਬਾਅਦ ਫਿਰ ਜਦੋਂ ਮੈਂ ਆਇਆ ਤੇ ਮੈਂ ਕਿਹਾ ਵੀ ਹੁਣ ਗੇਮ ਮੈਂ, ਕਿਉਂਕਿ ਮੈਨੂੰ ਉਦੋਂ ਮੇਰੀ ਆਰਥਿਕ ਹਾਲਤ ਇਸ ਤਰ੍ਹਾਂ ਦੀ ਸੀਗੀ, ਇੱਕਦਮ 3000 ਰੁਪਏ ਮੇਰੀ ਤਨਖਾਹ ਲੱਗ ਗਈ ਸੀਗੀ, ਡਾਈਟ ਅੱਛੀ ਹੋ ਗਈ। ਤੇ ਮੈਂ ਉਸ ਤੋਂ 7500 ਤੋਂ ਸਿੱਧਾ ਹੀ 13500 'ਚ ਪਹੁੰਚ ਗਿਆ ਮੈਂ। ਤੇ ਮੈਂ ਫਿਰ ਹੋਰ ਪ੍ਰੈਕਟਿਸ ਕਰ ਰਿਹਾ ਸੀ ਕਿਉਂਕਿ ਮੈਂ ਰਿਕਾਰਡ ਤੋੜਨਾ ਸੀਗਾ। ਉਸ ਵੇਲੇ 80000 ਬੈਠਕਾਂ ਦਾ ਸੀਗਾ ਦੁਕਾਨ, 80000 80000 ਬੈਠਕਾਂ ਦਾ ਮਤਲਬ ਵਰਲਡ ਰਿਕਾਰਡ ਸੀਗਾ। ਇੰਡੀਆ ਦੇ ਵਿੱਚ ਮੇਰਾ ਹੀ ਰਿਕਾਰਡ ਸੀਗਾ। ਤੇ ਉਹ ਜਦੋਂ ਮੈਂ ਇਹ ਵੱਲ ਸ਼ੁਰੂ ਕੀਤਾ ਤੇ ਇਹਨਾਂ ਨੇ ਮੈਨੂੰ ਨਾ ਜਨਰਲ ਕੈਟਾਗਰੀ 'ਚ ਪਾਤਾ। ਕਹਿੰਦੇ ਕਿ ਤੁਸੀਂ ਡਿਊਟੀਆਂ ਕਰੋ। ਮੈਂ ਕਿਹਾ ਸਰ ਮੈਂ ਐਮ ਸਪੋਰਟਸਮੈਨ, ਮੈਂ ਤੇ ਪ੍ਰੈਕਟਿਸ ਕਰਨੀ ਸਪੋਰਟਸ ਦੀ। ਉਹ ਕਹਿੰਦੇ ਬੈਠਕਾਂ ਤੇਰੀ ਸਪੋਰਟਸ ਥੋੜਾ ਹੈਗੀ ਆ, ਦਿਸ ਇਜ਼ ਨੋਟ ਅ ਸਪੋਰਟਸ ਗੇਮ। ਤੇ ਮੈਨੂੰ ਸਰ ਬੜਾ ਦੁੱਖ ਲੱਗਾ, ਯਾਰ ਮੈਂ ਇੱਕ ਸਪੋਰਟਸਮੈਨ ਹੈਗਾ, ਮੈਂ ਆਹ ਕਿਹੜੇ ਕੰਮਾਂ 'ਚ ਕਰਨਾ? ਉਹ 'ਚ ਫਟੀਕ ਚੱਲਦੀ ਆ ਸਰ। ਫਟੀਕ ਦੇ ਵਿੱਚ ਸਾਰੇ ਕੰਮ ਕਰਨੇ ਪੈਂਦੇ ਆਪਾਂ ਨੂੰ, ਆਪਾਂ ਨਾ ਨਹੀਂ ਕਰ ਸਕਦੇ। ਉਹਨਾਂ ਨੇ ਪੇਂਟ ਕਿਹਾ, ਪੇਂਟ ਵੀ ਕਰਨਾ ਪੈਣਾ, ਘਾਹ ਕੁੱਤਣ ਨੂੰ ਉਹ ਵੀ ਕੁਤਰਨਾ ਪੈਣਾ, ਮਤਲਬ ਵਟ ਐਵਰ ਜੋ ਵੀ ਵਰਕ ਹੈਗਾ ਵੀ ਹੈਵ ਟੂ ਡੂ ਇਟ। ਤੇ ਮੈਨੂੰ ਅੱਛਾ ਨਹੀਂ ਲੱਗਾ, ਮੈਂ ਰਿਜ਼ਾਈਨ ਦੇ ਦਿੱਤਾ ਸਰ। ਰਿਜ਼ਾਈਨ ਦੇ ਕੇ ਆਇਆ, ਘਰਦਿਆਂ ਨੇ ਫਿੱਟ ਲਾਂਤਾਂ ਪਾਈਆਂ, ਦੋਸਤਾਂ ਨੇ ਪਾਗਲ ਗਿਆ, ਘਰਦਿਆਂ ਨੇ ਗਾਲਾਂ ਕੱਢਣੀਆਂ ਸੀਗੀਆਂ। ਸਰਕਾਰੀ ਨੌਕਰੀ ਮੈਂ ਛੱਡ ਕੇ ਆ ਗਿਆ। ਤੇ ਉਹ ਸਰ ਮੈਂ ਇੱਕ ਇੱਦਾਂ ਦੇ ਚੱਕਰਵਿਊ, ਲਾਈਫ ਦੇ ਇੱਕ ਚੱਕਰਵਿਊ 'ਚ ਫਸ ਗਿਆ ਕਿ ਮੇਰੀ ਗੇਮ ਛੁੱਟ ਗਈ। ਮੈਂ ਫਿਰ ਦੁਬਾਰਾ ਸਟੱਡੀ ਸਟਾਰਟ ਕੀਤੀ। ਮੈਂ BA ਕੀਤੀ, MA ਫਸਟ ਈਅਰ ਕੀਤਾ, LLB ਕੀਤੀ। ਫਿਰ ਮੇਰਾ ਵਿਆਹ ਹੋ ਗਿਆ। ਇਹ ਸਾਰਾ ਸਭ ਛੁੱਟ ਗਿਆ ਸੀਗਾ। ਜਦੋਂ ਮੈਂ 38 ਸਾਲ ਦੀ ਉਮਰ 'ਚ ਆਇਆ, ਮੈਨੂੰ ਸਰਵਾਈਕਲ, ਕਿਉਂਕਿ ਮੈਂ ਕੁਝ ਕਰਦਾ ਹੀ ਨਹੀਂ ਪਿਆ ਸੀਗਾ। ਤੇ ਇਸ ਤੋਂ ਫਿਰ ਮੇਰੀ ਇਹ ਕਹਾਣੀ ਚੱਲੀ ਹੈਗੀ ਆ ਕਿ ਮੈਂ ਹੁਣ ਆਈ ਐਮ ਵੈਰੀ ਹੈਪੀ। ਮੈਂ ਆਪਣੀ ਪ੍ਰਾਈਵੇਟ ਜੌਬ ਕਰ ਰਿਹਾ, ਮੈਂ GST ਦਾ ਐਡਵੋਕੇਟ ਹੈਗਾ। ਕਾਫੀ ਅੱਛੀਆਂ ਫਰਮਸ ਹੈਗੀਆਂ ਮੇਰੇ ਨਾਲ ਜੁੜੀਆਂ ਹੋਈਆਂ ਹੈਗੀਆਂ। ਮੈਂ ਸਾਰੀ ਐਸੋਸੀਏਸ਼ਨ ਦਾ ਵੀ ਥੈਂਕਸ ਕਰਦਾ, ਉਹਨਾਂ ਨੇ ਕਾਫੀ ਅੱਛਾ ਵਾਰਮ ਵੈਲਕਮ ਕੀਤਾ ਹੈਗਾ। ਤੇ ਮੈਂ ਆਪਣੀ ਲਾਈਫ ਬੜੀ ਵਧੀਆ ਹੈਗੀ ਆ। ਸਪੋਰਟਸ ਜਿਹੜੀ ਆਪਾਂ ਕੋਈ ਵੀ ਗੇਮ ਕਰਦੇ ਆ, ਇਹ ਮੈਂਟਲ ਨੂੰ ਸਟ੍ਰੈਸ ਦੀ ਜਿੰਨੀ ਵੀ ਹੈਗੀ ਸਾਰੀ ਖਤਮ ਕਰਦੀ ਹੈਗੀਆਂ, ਸਾਡੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਦੀ ਹੈਗੀ ਆ। ਸਰ ਇੱਕ ਛੋਟਾ ਜਿਹਾ ਮੈਂ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਥਰੂ ਬੱਚਿਆਂ ਨੂੰ, ਜਿਹੜੇ ਬੱਚੇ ਪੜ੍ਹਦੇ ਪਏ ਨੇ ਜਾਂ ਜਿਹੜੇ ਬੱਚੇ ਫੇਲ ਹੋ ਜਾਂਦੇ ਨੇ ਜਾਂ ਉਹ ਬੱਚੇ ਜਿਹੜੇ ਘੱਟ ਮਾਰਕਸ ਲੈਂਦੇ, ਉਹਨਾਂ ਵਾਸਤੇ ਮੈਂ ਕੁਝ ਕਹਿਣਾ ਚਾਹੂੰਗਾ। ਮੇਰੀ ਬੇਟੀ ਵੀ ਉਹਨਾਂ ਵਿੱਚੋਂ ਇੱਕ ਆ, ਸਾਰੇ ਬੱਚੇ ਉਹਨਾਂ ਵਿੱਚ ਇੱਕ ਹੈਗੇ ਨੇ। ਕਿਉਂਕਿ ਬੱਚੇ ਕੀ ਸੋਚਦੇ ਹੈਗੇ ਕਿ ਹਾਏ ਪਾਪਾ ਮੇਰੇ ਕਮ ਨੰਬਰ ਆ ਗਏ, ਪਾਪਾ ਮੈਂ ਫੇਲ ਹੋ ਗਿਆ ਹੈਗਾ, ਉਹ ਪਾਪਾ ਮੈਂ ਅੱਛੀ ਪ੍ਰੋਗਰੈਸ ਨਹੀਂ ਕਰ ਸਕੀ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਫੇਲੀਅਰ ਇਜ਼ ਅ ਕੀ ਆਫ ਸਕਸੈਸ। ਲਾਈਫ ਦੇ ਵਿੱਚ ਫੇਲ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਫੇਲ ਹੁੰਦੇ ਆ, ਆਪਣੀ ਫੇਲ ਨੂੰ ਐਕਸੈਪਟ ਕਰੋ, ਫਿਰ ਦੇਖੋ ਤੁਹਾਡੇ 'ਚ ਕੀ ਕਮੀਆਂ, ਉਹ ਕਮੀਆਂ ਨੂੰ ਦੂਰ ਕਰਕੇ ਤੁਸੀਂ ਉਹਨੂੰ ਜਿੱਤ ਨੂੰ ਹਾਸਲ ਕਰੋ। ਮੈਂ 4 ਵਾਰੀ ਕੰਪੀਟੀਸ਼ਨ ਲੜੇ, 4 ਵਾਰੀ ਮੈਂ ਫੇਲ ਹੋਇਆ, ਪਰ ਮੈਂ ਆਪਣੀ ਫੇਲੀਅਰ ਦੇ ਵਿੱਚੋਂ ਕੁਝ ਸਿੱਖਿਆ ਕਿ ਮੇਰੇ ਕੀ ਕਮੀਆਂ ਹੈਗੀਆਂ, ਮੇਰੇ ਸਟ੍ਰੋਕ ਕਿੱਥੇ ਗਲਤ ਹੈਗੇ ਨੇ, ਮੈਨੂੰ ਮੇਰੀ ਡਾਈਟ ਦੇ ਵਿੱਚ ਕਿੱਥੇ ਕਮੀ ਹੈਗੀ ਆ, ਮੇਰੀ ਪ੍ਰੈਕਟਿਸ ਦੇ ਵਿੱਚ ਕਿੱਥੇ ਕਮੀ ਆ, ਮੈਂ ਉਹਨੂੰ ਦੂਰ ਕੀਤਾ ਤੇ ਮੇਰੇ ਅੱਜ ਗੱਲ ਦੇ ਵਿੱਚ ਇੱਕ 골ਡ ਪੈ ਗਿਆ।
ਰੱਬ ਦੀ ਮਿਹਰ ਰਹੀ, ਮੈਂ ਹੋਰ ਗਲਤੀਆਂ ਨੂੰ ਦੂਰ ਕਰਾਂਗਾ। ਕੋਚ ਸਾਹਿਬ ਮੈਨੂੰ ਹਮੇਸ਼ਾ ਗਾਈਡ ਕਰਦੇ ਰਹਿੰਦੇ ਨੇ, ਰਘੁਵਿੰਦਰ ਭਾਟੀਆ ਜੀ, ਕੋਹਲੀ ਸਾਹਿਬ ਹੈਗੇ ਨੇ, ਉਸ ਤੋਂ ਬਾਅਦ ਆਪਣੇ ਪ੍ਰਵੀਨ ਸਰ ਹੈਗੇ ਨੇ, ਮੈਨੂੰ ਗਾਈਡ ਕਰ ਰਹੇ ਨੇ। ਤੇ ਇਹਨਾਂ ਦੀ ਬਦੌਲਤ ਮੈਂ ਅੱਗੋਂ ਤੋਂ ਚਾਰਾਂ ਦੇ ਚਾਰੋਂ, ਮੈਂ ਵੀ ਦੇਖੋ ਆਪਣੀ ਆਸ ਰੱਖਦਾ, ਚਾਰਾਂ 'ਚੋਂ ਚਾਰ ਮੇਰੇ ਗੋਲਡ ਆਏ। ਤੇ ਇਹ ਬੱਚਿਆਂ ਨੂੰ ਕਹਿਣਾ ਚਾਹੁੰਦਾ ਹੈਗਾ ਕਿ ਜੇ ਆਪਾਂ ਕਿਤੇ ਫੇਲ ਹੋ ਜਾਈਏ, ਘੱਟ ਮਾਰਕਸ ਆਏ, ਤੇ ਆਪਣੀ ਫੇਲ ਤੋਂ ਡਰੋ ਨਾ, ਕਿਉਂਕਿ ਫੇਲ ਹੋਇਆ ਬੰਦਾ ਹੀ ਸਕਸੈਸ ਹਾਸਲ ਕਰ ਸਕਦਾ, ਬਿਕੋਜ਼ ਫੇਲੀਅਰ ਇਜ਼ ਅ ਕੀ ਆਫ ਸਕਸੈਸ। ਬਸ ਇਹੀ ਕਹਿਣਾ ਚਾਹੁੰਦਾ। ਅੱਛਾ ਕੋਚ ਸਾਹਿਬ, ਫਿਰ ਰੋਜ਼ਾਨਾ ਇੱਥੇ ਕਿੰਨਾ ਟਾਈਮ ਲਾਉਂਦੇ ਹੋ ਤੁਸੀਂ ਇੱਥੇ ਸਵਿਮਿੰਗ ਦੇ ਵਿੱਚ? ਸਰ ਆਪਣਾ ਰੋਜ਼ਾਨਾ ਅਸੀਂ 1.5 ਘੰਟਾ ਲਗਾਈਦਾ, ਤਾਂ ਕਿ ਕਿਉਂਕਿ 1.5 ਘੰਟੇ ਦੇ ਵਿੱਚ ਸਾਡਾ ਸਫੀਸ਼ੀਐਂਟ ਹੋ ਜਾਂਦਾ, ਕਿਉਂਕਿ ਅਸੀਂ ਆਪਣੀ ਜੌਬਸ 'ਤੇ ਵੀ ਜਾਣਾ ਹੁੰਦਾ ਔਰ ਬੱਚਿਆਂ ਨੂੰ ਵੀ ਦੇਖਣਾ ਹੁੰਦਾ। ਤੇ ਮਾਰਨਿੰਗ ਜਿਹੜਾ ਕਿ 1.5 ਘੰਟਾ ਅਸੀਂ ਰੂਟੀਨ ਰੱਖੀ ਆ, ਮਿਸ ਨਹੀਂ ਕਰੀਦਾ। ਸਕੂਲ ਦੇ ਟਾਈਮ ਦੇ ਹਿਸਾਬ ਨਾਲ, ਇਹਨਾਂ ਦਾ ਆਫਿਸ ਦੇ ਟਾਈਮ ਦੇ ਹਿਸਾਬ ਨਾਲ ਅਸੀਂ ਆਪਸ ਤਿੰਨੇ ਜਣੇ ਡਿਸਕਸ ਕਰ ਲੈਂਦੇ ਹਾਂ ਕਿ ਹਾਂ ਵੀ ਅੱਜ 5 ਵਜੇ ਦੇ ਬੈਚ 'ਚ ਆਉਣਾ ਜਾਂ ਅੱਜ 6 ਵਜੇ ਦੇ ਬੈਚ 'ਚ ਆਉਣਾ, ਔਰ ਅਸੀਂ ਉਸ ਟਾਈਮ ਦੇ ਵਿੱਚ ਆਉਂਦੇ ਹਾਂ। ਔਰ ਪੂਲ ਵੱਲੋਂ ਸਾਨੂੰ ਬੜਾ ਸਹਿਯੋਗ ਆ, ਉਹ ਕਹਿੰਦੇ ਤੁਸੀਂ ਜਿੰਨਾ ਵੀ ਟਾਈਮ ਇੱਥੇ ਲਗਾਉਣਾ ਚਾਹੁੰਦੇ ਤੁਸੀਂ ਲਗਾਓ। ਤੇ ਅਸੀਂ ਜਿਹੜਾ ਕਿ ਉਹ ਇੱਥੇ ਟਾਈਮ ਦਿੰਦੇ ਹਾਂ ਡੇਲੀ, ਮਤਲਬ ਕਿ ਅਸੀਂ ਸੰਡੇ ਵਾਲੇ ਦਿਨ ਵੀ ਜਿਹੜਾ ਕਿ ਇੱਥੇ ਆਉਂਦੇ ਹਾਂ, ਛੁੱਟੀ ਨਹੀਂ ਕਰਦੇ। ਉਹ ਜਿਹੜਾ ਕਿ ਉਹਦੀ ਬਦੌਲਤ ਹੈ ਕਿ ਸਾਨੂੰ ਜਿਹੜਾ ਕਿ ਆ ਸਕਸੈਸ ਮਿਲੀ ਹੈ। ਅੱਛਾ, ਬੜਾ ਚੰਗਾ ਲੱਗਦਾ, ਤਿੰਨੇ ਜਣੇ ਤੁਸੀਂ ਦੋਸਤ ਬਣੇ ਹੋਏ ਹੋ, ਵੱਖ-ਵੱਖ ਏਜ ਗਰੁੱਪ ਦੇ ਹੈਗੇ ਹੋ, ਮੈਡਲ ਪਾਏ ਹੋਏ ਹੋ। ਤਾਂ ਕੋਈ ਹੈ ਕਦੇ ਇੱਛਾ ਕੋਈ ਹੈ ਕਿ ਤਿੰਨਾਂ ਦੋਸਤਾਂ ਨੇ ਰਲ ਕੇ ਕੋਈ ਹੋਰ ਕਮਾਲ ਅੱਗੇ ਕਰਨਾ? ਹਾਂਜੀ ਸਰ, ਹੁਣ ਜਿਹੜਾ ਅੱਜ ਹੀ ਮੈਨੂੰ ਪ੍ਰਵੀਨ ਸਰ ਨੇ ਦੱਸਿਆ ਕਿ ਜਿਹੜੀ ਅਸੀਂ ਪਾਇਨ ਦੇ ਨਾਲ ਖੇਡ ਕੇ ਆਏ ਹਾਂ, ਹੁਣ ਇਹਦੀ ਇੰਟਰਨੈਸ਼ਨਲ ਜਿਹੜੀ ਕੀ ਆ ਆਸਟ੍ਰੇਲੀਆ ਦੇ ਵਿੱਚ ਹੋ ਰਹੀ ਆ, ਅੱਜ ਹੀ ਉਹ ਪਬਲਿਸ਼ ਹੋਇਆ। ਤੇ ਅਸੀਂ ਉਹੀ ਡਿਸਕਸ ਕਰਦੇ ਸੀ ਕਿ ਅਸੀਂ ਹੁਣ ਪ੍ਰੈਕਟਿਸ ਨੂੰ ਹੋਰ ਜਿਹੜਾ ਕੀ ਆ ਵਧਾ ਦਈਏ, ਤਾਂ ਕਿ ਜਿਹੜਾ ਹੁਣ ਅਸੀਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਅਸੀਂ ਅੱਗੇ ਜਾ ਕੇ ਆਸਟ੍ਰੇਲੀਆ ਜਾ ਕੇ ਅਸੀਂ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੀਏ, ਉਹ ਤੋਂ ਮਾਸਟਰ ਵੱਲ ਜਿੱਤ ਕੇ ਆਈਏ ਤੇ ਆਪਣੇ ਜਿਹੜੇ ਕਿ ਦੇਸ਼ ਦਾ ਨਾਮ ਜਿਹੜਾ ਕਿ ਉੱਚਾ ਕਰੀਏ। ਠੀਕ ਹੈ, ਧੰਨਵਾਦ ਤੁਹਾਡਾ ਸਾਰਿਆਂ ਦਾ ਗੱਲਬਾਤ ਕਰਨ ਦੇ ਲਈ। ਸੋ ਇਹ ਤਿੰਨ ਦੋਸਤਾਂ ਦੀ ਕਹਾਣੀ ਹੈਗੀ ਆ ਜਿਹੜੇ ਸਵੀਮਿੰਗ ਕਰਦੇ ਹੈਗੇ ਨੇ। ਤਾਂ ਬੜੀ ਇੰਟਰਸਟਿੰਗ ਕਹਾਣੀ ਹੈਗੀ ਆ ਕਿ ਪਹਿਲਾਂ ਜਦੋਂ ਸ਼ੁਰੂ ਕੀਤੀ ਸਵੀਮਿੰਗ ਵਿੱਚ ਛੱਡ ਦਿੱਤੀ, ਤਾਂ ਬੋਬੀ ਹੁਣਾਂ ਨੇ ਜਿਹੜੀ ਸੀਗੀ ਉਹ ਸਵੀਮਿੰਗ ਹੀ 38 ਸਾਲ ਦੇ ਵਿੱਚ ਆ ਕੇ ਸ਼ੁਰੂ ਕੀਤੀ। ਸਰਵਾਈਕਲ ਦਾ ਨੁਕਸ ਹੋਇਆ ਤਾਂ ਉਸ ਤੋਂ ਬਾਅਦ ਸਵੀਮਿੰਗ ਕਰਨੀ ਸ਼ੁਰੂ ਕਰਤੀ ਤੇ ਅੱਜ ਜਿਹੜਾ 골ਡ ਮੈਡਲ ਗਲ ਦੇ ਵਿੱਚ ਪਾਇਆ ਹੋਇਆ। ਤਾਂ ਇਹ ਇੱਕ ਮੋਟੀਵੇਸ਼ਨਲ ਸਟੋਰੀਆਂ ਹੁੰਦੀਆਂ ਨੇ ਤਾਂ ਕਿ ਲੋਕ ਅੱਗੇ ਵਧਣ, ਗਿਵ ਅਪ ਨਾ ਕਰਨ ਤੇ ਖੇਡਾਂ ਦੇ ਵੱਲ ਜਿਹੜਾ ਉਹ ਜਾਗਰੂਕ ਹੋਣ। ਪਰ ਉੱਥੇ ਹੀ ਚਿੰਤਾ ਦੀ ਗੱਲ ਇਹ ਹੈਗੀ ਆ ਕਿ ਇਸ ਉਮਰ ਦੇ ਵਿੱਚ ਆ ਕੇ ਵੀ ਇਹ ਹਿੰਮਤ ਨਹੀਂ ਹਾਰੇ। ਪਰ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਜਿਹੜਾ ਉਹ ਸਾਰ ਜ਼ਰੂਰ ਲਈ ਜਾਵੇ, ਬਣਦਾ ਇਹਨਾਂ ਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਜਾਂ ਟੀਏ ਵਗੈਰਾ ਦਿੱਤਾ ਜਾਏ ਜਾਂ ਇਹ ਪੈਨਸ਼ਨ ਦੀ ਮੰਗ ਕਰਦੇ ਨੇ, ਤਾਂ ਕਿ ਜਿਹੜਾ ਵੱਧਦੀ ਏਜ ਦੇ ਵਿੱਚ ਜਿਹੜੇ ਨੇ ਲੋਕ ਖੇਡਾਂ ਦੇ ਵੱਲ ਜਾਗਰੂਕ ਹੋਣ ਅਤੇ ਖੇਡਾਂ ਦੇ ਵੱਲ ਜ਼ਿਆਦਾ ਅੱਗੇ ਆਉਣ, ਜੇਕਰ ਸਰਕਾਰ ਇਹਨਾਂ ਦੀ ਮਦਦ ਇਸੇ ਤਰੀਕੇ ਦੇ ਨਾਲ ਕਰਦੀ ਰਹੇ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।